Hello students, how are you? Hope you are very well at home. This is your Punjabi teacher from Vashisht School, Unna. बेटा आज हम पढ़ेंगे पार्ट नंबर 2 बोली। ठीक है, इसके राइटर हैं सरदार गुरबख्श सिंह। ठीक है, आज इस चैप्टर की हम रीडिंग करेंगे। लेखक दी जान पहचान। पहले लेखक बारे पढ़ते हैं। प्रीतलड़ी पत्रिका के संपादक सरदार गुरबख्श सिंह प्रीतलड़ी का जन्म 26 अप्रैल 1895 ईस्वी विच सियालकोट पाकिस्तान विच सरदार पिशौरा सिंह के घर होया। मुढ़ली पढ़ाई तो बाद रुड़की तो इंजीनियरिंग की डिग्री प्राप्त की। थोड़ा समा फौज विच नौकरी की। इस तो बाद इंजीनियरिंग की उचेरी विद्या लई अमरीका चले गए। अमरीका तो वापस आके रेलवे विच नौकरी की ਅਤੇ 1931 ਵਿੱਚ ਨੌਕਰੀ ਛੱਡ ਦਿੱਤੀ। ਪਿਸ਼ੌਰ ਦੇ ਕੋਲ ਜ਼ਮੀਨ ਲੈ ਕੇ ਖੇਤੀ ਕਰਨੀ ਸ਼ੁਰੂ ਕਰ ਦਿੱਤੀ। ਇੱਥੇ ਰਹਿੰਦਿਆਂ ਹੀ ਉਹਨਾਂ ਨੇ 1933 ਈਸਵੀ ਵਿੱਚ ਮਾਸਿਕ ਪੱਤਰ ਪ੍ਰੀਤਲੜੀ ਕੱਢਣਾ ਸ਼ੁਰੂ ਕੀਤਾ, ਜਿਹੜਾ ਉਹਨਾਂ ਨੇ ਆਪਣੇ ਜੀਵਨ ਦੇ ਅੰਤਿਮ ਸਮੇਂ ਤੱਕ ਜਾਰੀ ਰੱਖਿਆ। ਇਸ ਦੌਰਾਨ ਉਹਨਾਂ ਨੇ ਪ੍ਰੀਤਨਗਰ ਵੀ ਵਸਾਇਆ। ਨੈਕਸਟ ਪੈਰਾ ਦੇਖੋ। ਗੁਰਬਖਸ਼ ਸਿੰਘ ਨੇ ਪੰਜਾਬੀ ਵਾਰਤਕ ਨੂੰ ਧਾਰਮਿਕਤਾ ਤੋਂ ਬਾਹਰ ਕੱਢ ਕੇ ਜੀਵਨ ਦੀਆਂ ਹੋਰ ਸਮੱਸਿਆਵਾਂ ਨਾਲ ਜੋੜਿਆ। ਪੱਛਮੀ ਦੇਸ਼ਾਂ ਦੀ ਜੀਵਨ ਜਾਂਚ ਦਾ ਉਹਨਾਂ 'ਤੇ ਚੋਖਾ ਪ੍ਰਭਾਵ ਸੀ। ਇਸ ਕਾਰਨ ਉਹਨਾਂ ਨੇ ਪਿਛਾਂਹ ਖਿੱਚੂ ਖਿਆਲਾਂ ਨੂੰ ਛੱਡ ਕੇ ਲੋਕਾਂ ਨੂੰ ਉੱਚੀ ਸੁੱਚੀ ਅਤੇ ਸਾਮੀ ਪੱਧਰੀ ਜ਼ਿੰਦਗੀ ਜਿਉਣ ਲਈ ਪ੍ਰੇਰਿਤ ਕੀਤਾ। ਆਪ ਨੇ ਕਹਾਣੀ, ਨਾਵਲ, ਨਿਬੰਧ ਅਤੇ ਨਾਟਕ ਰਚਨਾ ਤੋਂ ਇਲਾਵਾ ਬਾਲ ਸਾਹਿਤ, ਆਤਮ ਕਥਾ ਅਤੇ ਅਨੁਵਾਦ ਵਿੱਚ ਵੀ ਆਪਣਾ ਯੋਗਦਾਨ ਦਿੱਤਾ। ਵਾਰਤਕ ਵਿੱਚ ਆਪ ਨੇ 2 ਦਰਜਨ ਤੋਂ ਵੱਧ ਪੁਸਤਕਾਂ ਰਚੀਆਂ, ਜਿਨ੍ਹਾਂ ਵਿੱਚ ਜ਼ਿੰਦਗੀ ਦੀ ਡਾਟ, ਜ਼ਿੰਦਗੀ ਦੀ ਕਵਿਤਾ, ਚੰਗੇਰੀ ਦੁਨੀਆ, ਮੇਰੀਆਂ ਅਭੁੱਲ ਯਾਦਾਂ, ਨਵਾਂ ਸ਼ਿਵਾਲਾ, ਦੁਨੀਆ ਇੱਕ ਮਹਿਲ, ਪ੍ਰੀਤ ਮਾਰਗ, ਖੁਸ਼ਹਾਲ ਜੀਵਨ ਆਦि शामिल हैं। आगे है बोली, मूल पार्ट जो उसकी रीडिंग करते हैं। मूँह मनुख के शरीर का चित्र है। ਇਹਦੇ ਤੋਂ ਉਹਦੇ ਸਰੀਰ ਦਾ ਸੁਹੱਪਣ ਜਾਂ ਕੋਹਜ ਪਛਾਣਿਆ ਜਾਂਦਾ ਹੈ। ਬੇਟਾ ਸੁਹੱਪਣ ਜੋ ਔਖੇ ਸ਼ਬਦ ਦੇਖੋ। ਸੁਹੱਪਣ ਬੇਟਾ ਸੁੰਦਰਤਾ ਨੂੰ ਕਿਹਾ ਗਿਆ ਹੈ ਔਰ ਕੋਜ ਬਦਸੂਰਤੀ ਨੂੰ। ਬੋਲੀ ਮਨੁੱਖ ਦੀ ਆਤਮਾ ਦਾ ਚਿੱਤਰ ਹੈ। ਇਹਦੇ ਤੋਂ ਉਹਦੀ ਆਤਮਾ ਦਾ ਵਧੀਆ ਘਟੀਆ ਹੋਣਾ ਦਿਸ ਪੈਂਦਾ ਹੈ। ਅਣਬੋਲਿਆ ਮਨੁੱਖ ਇਉਂ ਹੈ ਜਿਉਂ ਕੋਈ ਬੂਹੇ ਬੰਦ ਮਕਾਨ, ਜਿਸ ਦੀਆਂ ਕੰਧਾਂ ਉੱਤੇ ਬਣਤਰ ਹੀ ਅਸੀਂ ਵੇਖਦੇ ਹਾਂ। ਬੋਲਿਆ ਜਿਉਂ ਕਿਸੇ ਨੇ ਬੂਹੇ ਖੋਲ੍ਹ ਕੇ ਸਾਨੂੰ ਅੰਦਰ ਝਾਤੀ ਪਵਾ ਦਿੱਤੀ ਹੈ। ਕਈ ਮਕਾਨਾਂ ਦੇ ਅੰਦਰ ਉਹਨਾਂ ਦੀ ਬਾਹਰਲੀ ਬਣਤਰ ਨਾਲੋਂ ਕਿੱਡਾ ਹੀ ਸੋਹਣਾ ਅਤੇ ਕਿੱਡਾ ਹੀ ਸੁੱਖ ਦੇਣ ਵਾਲਾ ਹੁੰਦਾ ਹੈ। ਬੇਟਾ ਝਾਤੀ ਓਲੇ ਤੋਂ ਝਾਕਣ ਤੋਂ ਭਾਵ ਹੈ। ਠੀਕ ਹੈ, ਦਿਲਚਸਪ, ਮਜ਼ੇਦਾਰ ਜਾਂ ਚੰਗਾ ਲੱਗਣਾ। ਬੇਟਾ ਇਸ ਪਾਠ ਵਿੱਚ ਮਨੁੱਖ ਦੀ ਬੋਲੀ ਦੀ ਗੱਲ ਕੀਤੀ ਗਈ ਹੈ ਕਿ ਬੋਲੀ ਤੋਂ ਹੀ ਮਨੁੱਖ ਦੀ ਅੰਤਰ ਆਤਮਾ ਜਾਂ ਉਸਦੇ ਅੰਦਰੂਨੀ ਆਤਮਾ ਦਾ ਪਤਾ ਲੱਗ ਜਾਂਦਾ ਹੈ ਕਿ ਉਹਦੀ ਆਤਮਾ ਦਾ ਵਧੀਆ ਜਾਂ ਘਟੀਆ ਹੋਣਾ ਉਸਦੀ ਬੋਲੀ ਤੋਂ ਹੀ ਪਤਾ ਲੱਗ ਜਾਂਦਾ ਹੈ। ਠੀਕ ਹੈ, ਅਣਬੋਲਿਆ ਮਨੁੱਖ ਇਉਂ ਹੈ ਜਿਉਂ ਕੋਈ ਬੂਹੇ ਬੰਦ ਮਕਾਨ, ਜਿਸ ਦੀਆਂ ਕੰਧਾਂ ਉੱਤੇ ਬਣਤਰ ਹੀ ਅਸੀਂ ਦੇਖਦੇ ਹਾਂ। ਬੋਲਿਆ ਜਿਉਂ ਕਿਸੇ ਨੇ ਬੂਹੇ ਖੋਲ੍ਹ ਕੇ ਸਾਨੂੰ ਅੰਦਰ ਝਾਤੀ ਪਵਾ ਦਿੱਤੀ ਹੋਵੇ, ਭਾਵ ਕਿ ਜਦੋਂ ਕੋਈ ਬੋਲ ਕੇ ਸਾਨੂੰ ਬੁਲਾਉਂਦਾ ਹੈ ਤਾਂ ਸਾਨੂੰ ਉਸਦੇ ਅੰਦਰਲੀ ਗੱਲ ਜੋ ਹੈ ਉਹ ਪਤਾ ਲੱਗ ਜਾਂਦੀ ਹੈ ਜਾਂ ਅੰਦਰਲੀ ਬਣਤਰ ਪਤਾ ਲੱਗ ਜਾਂਦੀ ਹੈ ਕਿ ਉਹ ਕਿਸ ਤਰ੍ਹਾਂ ਦਾ ਜਾਂ ਕਿਸ ਤਰ੍ਹਾਂ ਦੇ ਸੁਭਾਅ ਦਾ ਮਨੁੱਖ ਹੈ। ਕਈ ਮਕਾਨਾਂ ਦਾ ਅੰਦਰ ਉਹਨਾਂ ਦੀ ਬਾਹਰਲੀ ਬਣਤਰ ਨਾਲੋਂ ਕਿੱਡਾ ਹੀ ਸੋਹਣਾ ਅਤੇ ਕਿੱਡਾ ਹੀ ਸੁੱਖ ਦੇਣ ਵਾਲਾ ਹੁੰਦਾ ਹੈ। ਕਿਸੇ ਸਹਿਜ ਭੁੱਖੇ ਸਿਆਣੇ ਨੇ ਸੋਹਣੇ ਮੂੰਹ ਵਾਲੇ ਰਾਹੀ ਨੂੰ ਵੇਖ ਕੇ ਆਖਿਆ ਸੀ, ਉਹ ਸੋਹਣਿਆ ਬੋਲ ਖਾਂ ਵੇਖਾਂ, ਅੰਦਰੋਂ ਤੂੰ ਐਦੋਂ ਵੀ ਸੋਹਣਾ ਹੋਵੇਗਾ। ਇਸ ਤੋਂ ਭਾਵ ਹੈ ਬੇਟਾ ਕਿ ਉਸ ਨੇ ਉਸਦੀ ਬਾਹਰੀ ਦਿੱਖ ਨਾ ਦੇਖ ਕੇ ਉਸਦੇ ਬੋਲਣ ਅਤੇ ਉਸਦੀ ਬੋਲੀ ਨੂੰ ਵੇਖਣਾ ਚਾਹਿਆ ਕਿ ਉਹ ਜਦ ਕੋਈ ਬੋਲ ਬੋਲੇਗਾ ਤਾਂ ਉਹ ਕਿਸ ਤਰ੍ਹਾਂ ਦਾ ਹੋਵੇਗਾ, ਕਿ ਉਹ ਉਸਦੇ ਬੋਲ ਵੀ ਇਸੇ ਤਰ੍ਹਾਂ ਹੀ ਸੋਹਣੇ ਹੋਣਗੇ ਜਿਸ ਤਰ੍ਹਾਂ ਦੀ ਉਸਦੀ ਬਾਹਰੀ ਦਿੱਖ ਹੈ। ਅੱਗੇ ਹੈ ਅੰਨੇ ਆਮ ਤੌਰ ਉੱਤੇ ਸਿਆਣੇ ਅਤੇ ਦਿਲਚਸਪ ਹੁੰਦੇ ਹਨ, ਪਰ ਗੂੰਗੇ ਕੋਈ ਵਿਰਲਾ ਹੀ ਦਿਲਚਸਪੀ ਜਗਾਉਂਦਾ ਹੈ, ਕਿਉਂਕਿ ਬੋਲੀ ਤੋਂ ਹੀ ਅਸੀਂ ਮਨੁੱਖੀ ਅਮੀਰੀ ਦਾ ਮੇਚਾ ਲੈ ਸਕਦੇ ਹਾਂ। ਬੋਲੀ ਹੀ ਦੱਸਦੀ ਹੈ ਕਿ ਬੋਲਣ ਨੇ ਕੀ ਕੁਝ ਆਪਣਾ ਬਣਾਇਆ ਹੈ। ਜੇ ਉਹਦੇ ਅੰਦਰ ਬਹੁਤ ਕੁਝ ਹੈ, ਉਹਦੀ ਬੋਲੀ
ਫਲਾਂ ਲੱਦੇ ਬਾਗ ਵਿੱਚੋਂ ਮਹਿਕਦੀ ਆਈ, ਪਾਉਣ ਵਰਗੀ ਹੁੰਦੀ ਹੈ। ਸਰੋਤੇ ਉਹਨੂੰ ਪਿਆਰ ਦਿੰਦੇ ਹਨ, ਭਰੋਸਾ ਦਿੰਦੇ ਹਨ, ਕਈ ਵਾਰ ਜਿੰਦਾ ਵੀ ਹਾਜ਼ਰ ਕਰ ਦਿੰਦੇ ਹਨ। ਜਿਹਦੇ ਅੰਦਰ ਬਹੁਤਾ ਕੁਝ ਨਹੀਂ, ਉਹਦੀ ਬੋਲੀ ਰੜੇ ਰੇਗਿਸਤਾਨਾਂ ਵਿੱਚੋਂ ਰੁੱਖੀ ਤਪਦੀ ਆਈ ਪਾਉਣ ਵਰਗੀ ਹੁੰਦੀ ਹੈ। इसमें बेटा ये बताया गया है कि किसी मनुख के अंदर जो उसके गुण हैं वो फुल्लां ते फलां दे लद्दे बाग वांगू महकते हैं। कौन बेटा? हवा को बोला गया है कि उसके अंदरों जो हवा आती है वो बहुत ही महकती आती है और ਸਰੋਤੇ ਉਹਨੂੰ ਪਿਆਰ ਦਿੰਦੇ ਹਨ और कई बार ਤਾਂ जान भी हाज़र कर दिंदे हैं। पर जिहदे अंदर वो बहुता कुछ भाव के उसके अंदर कोई गुण नहीं है, कोई बोली का गुण नहीं है, तो उसकी जो बोली है वो किस तरह की लगती है? एक रेगिस्तान विचों आई तपदी हुई पौन भाव तपदी हुई हवा वर्गी होंदी है। ठीक है, इसमें ये बताया गया है कि मनुख की बाहरी दिख जो बाहरी बनतर है वो कितनी भी सोहनी होवे, पर जो अंदरले उसकी बोली है, उसका अंदरला मन है वो सोहना ते सुनक्खा होना चाहिए है, भाव के उसनों ही मन्निया जाता है। नैक्सट है पैरा नंबर 2। देखो, बोली तदे असली अमीरी का ठीक मेचा मन्नी जाती है कि ये जिंदगी की अमीरी विचों अपने लफ्ज़ चुनती है। हर एक लफ्ज़ किसी तजर्बे का हिस्सा ते हर एक तजर्बा किसी अकल का हिस्सा होंदा है अते अकल जिंदगी का असली सोना है, जिहदी लिश्क तो विरवें सडोल नक्श भी दिलों विच कोई खिंच नहीं पाउंदे। विरवे बेटा वांझे भाव के सखणे तो बोला गया है, अलग सडोल सोहनी डील डोल वाला। इसमें बताया गया है कि बोली जो है वो असली अमीरी का मेचा मन्नी जाती है, जो जिंदगी की अमीरी विचों अपने लफ्ज़ चुनती है, भाव के असली जो अमीरी है वो बोली तो ही पता लग जाती है कि किस तरह का ये मनुख या इसका सुभाव है। हर एक लफ्ज़ जो है जो मनुख बोली बोलता है उसका एक एक लफ्ज़ जो है वो तजर्बे विचों निकलिया होंदा है। तजर्बा जो है वो अकल का ही हिस्सा होंदा है और अकल जो है जिंदगी का असली सोना है, जिहदी लिश्क तो विरवे बेटा वांझे और सडोल सोहनी डील डोल वाला या सोहने नैन नक्श वाला मनुख। ठीक है, जो बोली है वो जिंदगी का असली सोना जा कहा गया है और जिहदे मतलब भाव कि जिस मनुख की लिश्क जो है वो बाहरी जो डील डोल है उसकी वो इस बोली तो अगर वांझा रह जाता है तो वो दिलों नूं खिंच नहीं पा सकता, भाव के मनुख की असली जो डील डोल है या सोहनापन है वो उसकी बोली तो ही पता लगता है। उसकी जो असली अमीरी है वो बोली है और जो असली उसकी अकल है, जिंदगी का असली सोना है वो उसका तजर्बा है और उसकी अकल है। और जो असली डील डोल है वो की है? वो है उसकी बोली। ठीक है, किस तरह के लफ्ज़ बोलता है। आगे है बोली का खजाना बचपन के चौगिरदे विचों जुड़ना शुरू होता है। बोली का खजाना बोली जो असी बचपन तो ही बोली बोलना शुरू करते हाँ उस टाइम तो ही जुड़ना शुरू हो जाता है। बचपन में मन उत्ते चित्रे लफ्ज़ सानू भुलते नहीं अते मोहर वर्गा काम करते हैं। एक एक मोहर असी अनेकां निक्के सिक्कियां विच वटांदे हाँ अते साडे खजाने दीयां पेटियां छणकण लग पैंदियां हन। इसलिए जिथे साडा बचपन बीते वो थां मोहरां दी खान है। पहला साडी अमीरी का निर्भर इस खान उत्ते हुंदा है। जे साडी खान विच मोहरां कस्सियां हन तां साडी बहुती पुटाई भी सानू माला माल नहीं कर सकती। इसमें बताया गया है बेटा जो साडी बोली है वो बचपन तो ही साडा जो वातावरण है किस तरह का है वो उस पर निर्भर करता है और साडी बोली भी उस चौगिरदे उस वातावरण पर ही निर्भर करती है। बचपन विच जदों मन उत्ते चित्रे लफ्ज़ जो हैं जो भी लफ्ज़ सानू बचपन विच सिखने नूं मिलते हैं वो असी कदे नहीं भुलते अते वो मोहर वर्गा काम करते हैं। अते एक एक मोहर असी जदों अनेकां सिक्कियां निक्के सिक्कियां विच वटांदे हाँ तां साडे खजाने दीयां पेटियां छणकण लग जांदियां हन। इसलिए जिथे साडा बचपन बीते उस थां मोहरां दी खान है। जो भी साडा बचपन विच सी जो
ਸਿੱਖਿਆ ਹੈ ਉਹ ਸਾਡੀ ਇੱਕ ਖਾਣ ਬਣ ਜਾਂਦੀ ਹੈ, ਸਾਡਾ ਖਜ਼ਾਨਾ ਬਣ ਜਾਂਦਾ ਹੈ। ਪਹਿਲਾਂ ਸਾਡੀ ਅਮੀਰੀ ਦਾ ਨਿਰਭਰ ਇਸ ਖਾਣ ਉੱਤੇ ਹੁੰਦਾ ਹੈ। ਜੇ ਸਾਡੀ ਖਾਣ ਵਿੱਚ ਮੋਹਰਾਂ ਕੱਸੀਆਂ ਹਨ ਤਾਂ ਸਾਡੀ ਬਹੁਤੀ ਪੁਟਾਈ ਵੀ ਸਾਨੂੰ ਮਾਲਾਮਾਲ ਨਹੀਂ ਕਰ ਸਕੇਗੀ। ਠੀਕ ਹੈ ਬੇਟਾ, ਇਸ ਵਿੱਚ ਇਹ ਹੈ ਕਿ ਮਨੁੱਖ ਦੀ ਬੋਲੀ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ। ਮਨੁੱਖ ਦੀ ਬੋਲੀ ਦਾ ਜੋ ਚੌਗਿਰਦਾ ਜਾਂ ਵਾਤਾਵਰਨ ਹੈ ਉਹ ਬਚਪਨ ਤੋਂ ਹੀ ਸ਼ੁਰੂ ਹੋ ਜਾਂਦਾ ਹੈ, ਔਰ ਬਚਪਨ ਵਿੱਚ ਜੋ ਕੁਝ ਵੀ ਸਿੱਖਦੇ ਹਾਂ ਉਹ ਸਾਡੇ ਲਈ ਇੱਕ ਖਜ਼ਾਨੇ ਦੀ ਤਰ੍ਹਾਂ ਬਣ ਜਾਂਦਾ ਹੈ। ਇਸ ਦੇ ਔਖੇ ਸ਼ਬਦ ਬੇਟਾ ਇੱਕ ਬਾਰ ਪੜ੍ਹ लेते हैं। ਵਿਰਵੇ, ਵਾਂਝੇ, ਸੁਡੋਲ, ਸੋਹਣੀ ਡੀਲ ਡੋਲ ਵਾਲਾ ਜਾਂ ਸੋਹਣੇ ਨੈਣ ਨਕਸ਼ ਵਾਲਾ, ਚੌਗਿਰਦਾ ਚਾਰੇ ਪਾਸੇ ਜਾਂ ਵਾਤਾਵਰਨ, ਮੋਹਰ ਇੱਕ ਕਿਸਮ ਦਾ ਪੁਰਾਣਾ ਸਿੱਕਾ, ਖਾਨ ਭੰਡਾਰ ਨੂੰ ਕਿਹਾ ਗਿਆ ਹੈ ਖਜ਼ਾਨੇ ਨੂੰ, पुटाई पुट्टन का भाव। बेटा जो ये पार्ट नंबर 2 बोली है ये इसके अपने पैरा नंबर 1 और 2 आपने रीडिंग करनी है। ठीक है, ओके बेटा, टेक केयर।